Good morning students. Once again welcome to my YouTube channel. This is our fourth part related to the basic terms of the accountancy. In this session I am discuss about to the some other basic terms which has been used into the accountancy, and it is helps to us to learn about and know the fundas of to the accountancy. Before starting this session, I will ask to my all viewers, subscribe my channel just to wait a bright future, and press bell icon, so that you will be also get to the notification related to the my new updation of to the videos. Now I will start this session. ਅੱਜ ਦੇ ਸੈਸ਼ਨ ਦੇ ਵਿੱਚ ਜਿਹੜਾ ਸਾਡਾ ਫਸਟ ਟਰਮੀਨੋਲੋਜੀ ਦੇ ਵਿੱਚ ਫਸਟ ਹੈ ਇਕੁਇਟੀ ਦਾ ਮਤਲਬ ਕੀ ਹੁੰਦਾ? ਇਹ ਇੱਕ ਸ਼ੇਅਰਸ ਦੇ ਤਰੀਕੇ ਨਾਲ ਹੋ ਸਕਦਾ, ਜਾਂ ਤੁਸੀਂ ਕਹਿ ਸਕਦੇ ਇੱਕ ਰਾਈਟ ਹੁੰਦਾ ਵਾ, ਇੱਕ ਬੰਦੇ ਦਾ ਅਧਿਕਾਰ ਹੁੰਦਾ ਵਾ ਪ੍ਰੋਪਰਟੀਜ਼ ਦੇ ਉੱਤੇ, ਇੰਟਰਪ੍ਰਾਈਜ਼ਸ ਦੇ ਉੱਤੇ, ਜਿਹੜੇ ਕਿ ਬਿਜ਼ਨਸ ਦੇ ਵਿੱਚ ਜਿਹੜੀਆਂ ਐਸਟਸ ਹੁੰਦੀਆਂ ਨੇ। ਅਸੀਂ ਐਸਟ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਉਹ ਸੰਪੱਤੀਆਂ ਜਿਹਦੇ ਉੱਤੇ ਇੱਕ ਕੰਪਨੀ ਦਾ ਜਾਂ ਇੱਕ ਮਾਲਕ ਦਾ ਅਧਿਕਾਰ ਹੁੰਦਾ, ਉਹਨੂੰ ਅਸੀਂ ਕਹਿੰਦੇ ਹਾਂ ਐਸਟਸ ਕਹਿੰਦੇ ਹਾਂ, ਲਾਈਕ ਮੋਟਰਸਾਈਕਲ, ਕਾਰ, ਵਹੀਕਲ, ਲੈਂਡ, ਬਿਲਡਿੰਗਸ ਐਕਸੈਕਟਰਾ। ਤਾਂ ਇਕੁਇਟੀ ਕੀ ਹੁੰਦੀਆਂ ਨੇ? ਇਹ ਕੀ ਹੁੰਦੇ ਆ? ਉਹ ਪਰਸਨ ਹੁੰਦੇ ਆ ਜਿਹੜੇ ਕਿ ਕਲੇਮ ਕਰਦੇ ਹੁੰਦੇ ਆ ਅਧਿਕਾਰ ਦਾ ਕਿਸੇ ਵੀ ਐਸਟ ਦੇ ਉੱਤੇ ਬਿਜ਼ਨਸ ਦੀ, ਜੇਕਰ ਉਹਨਾਂ ਨੂੰ ਸਾਰੀਆਂ ਐਸਟਸ ਨੂੰ ਪੇ ਕਰਨ ਤੋਂ ਬਾਅਦ, ਜਾਣੀ ਕਿ ਸਾਰੇ ਜਣਿਆਂ ਦੇ ਪੈਸੇ ਦੇਣ ਤੋਂ ਬਾਅਦ ਜਿਹੜੇ ਪੈਸੇ ਬਚਦੇ ਆ ਤਾਂ ਇਹਨਾਂ ਨੂੰ ਦਿੰਦੇ ਆ, ਤਾਂ ਉਹਨਾਂ ਨੂੰ ਅਸੀਂ ਕਹਿੰਦੇ ਆ ਇਕੁਇਟੀ ਕਹਿੰਦੇ ਆ। ਇਹ ਫਰਦਰਸ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤੇ ਗਏ ਨੇ, ਓਨਰਸ ਇਕੁਇਟੀ ਅਤੇ ਆਊਟਸਾਈਡਰ ਇਕੁਇਟੀ। ਜਿਹੜੇ ਓਨਰਸ ਇਕੁਇਟੀ ਹੁੰਦੇ ਆ ਉਹ ਇਕੁਇਟੀ ਹੁੰਦੇ ਆ ਜਿਹੜੇ ਕਿ ਬੰਦੇ ਨੇ ਜਾਂ ਓਨਰ ਨੇ ਜਿਹੜਾ ਆਪਣਾ ਪੈਸਾ ਖੁਦ ਬਿਜ਼ਨਸ ਦੇ ਵਿੱਚ ਲਾਇਆ ਹੁੰਦਾ, ਉਹਨੂੰ ਓਨਰਸ ਇਕੁਇਟੀ ਕਿਹਾ ਜਾਂਦਾ। ਆਊਟਸਾਈਡਰ ਇਕੁਇਟੀ ਜਿਹੜੇ ਕਿ ਬਾਹਰੋਂ ਪਰਸਨਸ ਤੋਂ ਪੈਸਾ ਲਗਵਾਇਆ ਜਾਂਦਾ ਸ਼ੇਅਰ ਦੇ ਰੂਪ ਦੇ ਵਿੱਚ, ਤਾਂ ਜੋ ਕੀ ਆ ਉਹ ਆਪਣੀ ਬਿਜ਼ਨਸ ਨੂੰ ਵਧੀਆ ਢੰਗ ਦੇ ਨਾਲ ਰਨ ਕਰ ਸਕਣ ਅਤੇ ਉਹਦੀ ਜਿਹੜੀ ਫਾਈਨੈਂਸ ਦੀ ਪ੍ਰੋਬਲਮ ਆ ਉਹਨੂੰ ਫੁਲਫਿਲ ਕਰ ਸਕਣ। ਨੈਕਸਟ ਹੈਗਾ ਰੈਵਨਿਊ। It is to the flow of to the benefits of to the business generated out of to the resource located by it, and always makes to the addition of to the capital and assets of the business। ਵੀ ਜਿਹੜਾ ਰੈਵਨਿਊ ਕੀ ਹੁੰਦਾ ਵਾ? ਰੈਵਨਿਊ ਹੁੰਦੀ ਆ ਵੀ ਜਿਹੜੇ ਕੋਈ ਵੀ ਬੈਨੀਫਿਟਸ ਜਿਹੜਾ ਕਿ ਬਿਜ਼ਨਸ ਜਨਰੇਟ ਕਰਦਾ ਵਾ ਆਪਣੇ ਰਿਸੋਰਸਾਂ ਨੂੰ ਯੂਜ਼ ਕਰਨ ਤੋਂ ਬਾਅਦ, ਅਤੇ ਯੂਜ਼ ਕਰਨ ਦੇ ਨਾਲ ਜਿਹੜੇ ਉਹਨੂੰ ਪ੍ਰੋਫਿਟ ਅਰਾਈਜ਼ ਹੁੰਦੇ ਆ, ਤਾਂ ਉਹਨੂੰ ਅਸੀਂ ਰੈਵਨਿਊ ਕਹਿ ਦਿੰਦੇ ਹਾਂ। ਇਹ ਕੀ ਹੁੰਦਾ ਵਾ? ਉਹਦੀ ਕੈਪੀਟਲ ਜਾਣੀ ਕਿ ਉਹਦੀ ਪੂੰਜੀ ਦੇ ਵਿੱਚ ਵਾਧਾ ਕਰਦੀ ਹੈ ਅਤੇ ਬਿਜ਼ਨਸ ਦੀ ਐਸਟ ਨੂੰ ਵੀ ਵਧਾਉਂਦੀ ਆ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਰੈਵਨਿਊ ਕਹਿੰਦੇ ਹਾਂ। ਨੈਕਸਟ ਹੈ ਸਾਡਾ ਟਰੇਡ ਰਿਸੀਵੇਬਲ। ਟਰੇਡ ਰਿਸੀਵੇਬਲ ਕਿਹੜੇ ਹੁੰਦੇ ਆ? ਵੀ ਉਹ ਬੰਦੇ ਜਿਨ੍ਹਾਂ ਤੋਂ ਅਸੀਂ ਪੈਸਾ ਲੈਣਾ ਹੁੰਦਾ ਵਾ, ਠੀਕ ਹੈ ਜੀ। ਆ ਦੱਸਿਆ ਦੀ ਅਮਾਊਂਟ ਡਿਊ ਟੂ ਦੀ ਡੈਬਿਟਰਸ ਐਂਡ ਬਿਲ ਰਿਸੀਵੇਬਲ is the jointly called to the trade receivable। ਵੀ ਜਿਹੜੇ ਡੈਬਿਟਰਸ ਹੁੰਦੇ ਆ, ਡੈਬਿਟਰਸ ਉਹ ਬੰਦੇ ਹੁੰਦੇ ਜਿਨ੍ਹਾਂ ਤੋਂ ਅਸੀਂ ਪੈਸੇ ਲਏ ਹੁੰਦੇ, ਜਾਣੀ ਕਿ ਉਧਾਰ ਸੇਲ ਕੀਤੀ ਹੁੰਦੀ ਆ, ਜਾਂ ਬਿਲ ਰਿਸੀਵੇਬਲ ਕਿਸ ਤੋਂ ਪੈਸੇ ਲੈਣੇ ਹੁੰਦੇ, ਉਹਨਾਂ ਦੋਹਾਂ ਨੂੰ ਤਾਂ ਜਿਹੜਾ ਸਮ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਟਰੇਡ ਰਿਸੀਵੇਬਲ ਕਹਿੰਦੇ ਹਾਂ, ਵੀ ਅਸੀਂ ਇਹਨਾਂ ਦੋ ਜਣਿਆਂ ਤੋਂ ਪੈਸੇ ਲੈਣੇ ਆ। ਟਰੇਡ ਪੇਏਬਲ ਇਹਦੇ ਉਲਟ ਹੁੰਦਾ ਵਾ, ਦੀ ਅਮਾਊਂਟ ਡਿਊ ਟੂ ਦੀ ਕ੍ਰੈਡੀਟਰਸ, ਵੀ ਜਿਹੜੇ ਅਸੀਂ ਕ੍ਰੈਡੀਟਰ ਨੂੰ ਪੈਸੇ ਦੇਣੇ ਹੁੰਦੇ ਆ, ਅਤੇ ਦੂਜਾ ਬਿਲ ਪੇਏਬਲ ਕਰਨੇ ਹੁੰਦੇ, ਕਿਸੇ ਦੇ ਪੈਸੇ ਹੋਰ ਦੇਣੇ ਹੁੰਦੇ ਆ, ਬਿਲ ਪੇ ਕਰਨੇ ਹੁੰਦੇ ਆ, ਤਾਂ ਉਹਨਾਂ ਦੋਹਾਂ ਦਾ ਪਲੱਸ ਨੂੰ ਅਸੀਂ ਕਹਿੰਦੇ ਹਾਂ ਟਰੇਡ ਪੇਏਬਲ, ਜਾਣੀ ਕਿ ਅਸੀਂ ਟੋਟਲ ਕਿੰਨਾ ਪੈਸਾ ਦੂਜਿਆਂ ਦਾ ਦੇਣਾ ਵਾ। ਨੈਕਸਟ ਬੜੀ ਇੰਪੋਰਟੈਂਟ ਟਰਮਸ ਆ ਇੰਸੋਲਵੈਂਟ। ਇੰਸੋਲਵੈਂਟ ਦਾ ਮਤਲਬ ਹੁੰਦਾ ਵੈਨ ਦੀ ਲਾਈਬਿਲਿਟੀ ਆਫ ਦੀ ਪਰਸਨਸ ਐਕਸੀਜ਼ ਟੂ ਦੀ ਰੀਅਲਾਈਜੇਸ਼ਨ ਵੈਲਿਊ ਆਫ ਦੀ ਹਿਜ਼ ਐਸੈਟਸ, ਦੀ ਪਰਸਨਸ ਕਾਲ ਟੂ ਦੀ ਇੰਸੋਲਵੈਂਟ। ਇੰਸੋਲਵੈਂਟ ਹੁੰਦਾ ਵਾ ਵੀ ਜਦੋਂ ਸਾਡੀਆਂ ਬਾਹਰਲੇ ਲੋਕਾਂ ਦੀਆਂ ਜਿਹੜੀਆਂ ਦੇਣਦਾਰੀਆਂ, ਲਾਈਬਿਲਿਟੀ ਦਾ ਮਤਲਬ ਵੀ ਦੇਣਦਾਰੀਆਂ ਜ਼ਿਆਦਾ ਹੋ ਜਾਂਦੀਆਂ ਨੇ, ਜਿਹੜੀਆਂ ਕਿ ਰਿਲਾਈਜ਼ੇਬਲ ਵੈਲਿਊ ਆਫ ਐਸਟ, ਵੀ ਜਿਹੜੀਆਂ ਸਾਡੀਆਂ ਐਸਟ ਜਿਹੜੀ ਸਾਡੀਆਂ ਸੰਪੱਤੀਆਂ ਨੇ ਉਹਨਾਂ ਦੀ ਵੈਲਿਊ ਘੱਟ ਜਾਂਦੀ ਆ ਉਹਨਾਂ ਦੀ ਦੇਣਦਾਰੀ ਨਾਲੋਂ, ਤਾਂ ਅਸੀਂ ਕੀ ਹੁੰਦੇ ਹਾਂ ਇੰਸੋਲਵੈਂਟ ਹੋ ਜਾਂਦੇ ਹਾਂ, ਵੀ ਸਾਡੇ ਕੋਲ ਹੁਣ ਪੈਸਾ ਨਹੀਂ ਰਹਿੰਦਾ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਸੀਗੀ ਵਿਜੇ ਮਾਲਿਆ, ਕਿੰਗਫਿਸ਼ਰ ਦੇ ਜਿਹੜੇ 에ਅਰਲਾਈਨਸ ਦੇ ਓਨਰ ਨੇ, ਜਾਂ ਕਹਿ ਦਿਓ ਰਾਇਲ ਚੈਲੰਜਰ ਜਿਹੜੀ ਬੀਅਰ ਬਾਰ ਆ ਉਹਦੇ ਜਿਹੜੇ ਓਨਰ ਨੇ, ਉਹਨਾਂ ਨੇ ਆਪਣੇ ਆਪ ਨੂੰ ਇੰਸੋਲਵੈਂਟ ਕਹਿ ਕੇ ਅਤੇ ਇੰਡੀਆ ਦੇ ਵਿੱਚੋਂ 1700 ਕਰੋੜ ਰੁਪਏ ਦਾ ਲੋਨ ਲਿਆ ਸੀ, ਅਤੇ ਬਾਅਦ ਵਿੱਚ ਆਪਣੇ ਆਪ ਨੂੰ ਇੰਸੋਲਵੈਂਟ ਕਰ ਦਿੱਤਾ, ਜਿਹਦਾ ਹਾਲੇ ਵੀ ਕੇਸ ਚੱਲ ਰਿਹਾ ਵਾ। ਤਾਂ ਉਹ ਆਪਣੇ ਆਪ ਨੂੰ ਇੰਸੋਲਵੈਂਟ ਘੋਸ਼ਿਤ ਕਰ ਸਕਦੇ ਆ ਉਦੋਂ ਜਦੋਂ ਉਹਨਾਂ ਦੀਆਂ ਲਾਈਬਿਲਿਟੀਜ਼ ਜ਼ਿਆਦਾ ਹੋਣ ਅਤੇ ਉਹਨਾਂ ਕੋਲ ਐਸਟ ਕੁਛ ਹੀ ਨਾ ਹੋਵੇ, ਤਾਂ ਉਹ ਆਪਣੇ ਆਪ ਨੂੰ ਇੰਸੋਲਵੈਂਟ ਕਹਿ ਸਕਦੇ ਆ, ਅਤੇ ਉਹਦੇ ਉੱਤੇ ਕੋਈ ਲੀਗਲ ਚਾਰਜਿਸ ਨਹੀਂ ਲੱਗਣਗੇ। ਨੈਕਸਟ ਹੈ ਬੈਡ ਡੈਬਿਟਸ। ਸਭ ਤੋਂ ਇੰਪੋਰਟੈਂਟ ਟਰਮ ਬੈਡ ਡੈਬਿਟਸ ਕੀ ਹੁੰਦੇ ਆ? ਵੀ ਉਹ ਪੈਸੇ ਜਿਹੜੇ ਕਿ ਜਿੱਥੋਂ ਅਸੀਂ ਪੈਸੇ ਲੈਣੇ ਸੀ ਉਹਨਾਂ ਤੋਂ ਕਦੇ ਰਿਕਵਰ ਨਾ ਹੋਣ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਬੈਡ ਡੈਬਿਟਸ ਕਹਿ ਦਿੰਦੇ ਹਾਂ। ਉਹਦਾ ਰੀਜ਼ਨ ਹੁੰਦਾ ਵੀ ਉਹ ਕੀ ਆ, ਇੰਸੋਲਵੈਂਟ ਹੋ ਜਾਵੇ ਜਾਂ ਕੋਈ ਰੀਜ਼ਨ ਹੋ ਜਾਵੇ ਜਿਹਦੇ ਕਰਕੇ ਉਹ ਸਾਡਾ ਪੈਸਾ ਨਹੀਂ ਦੇ ਸਕਿਆ, ਤਾਂ ਉਹਨੂੰ ਅਸੀਂ ਬੈਡ ਡੈਬਿਟਸ ਕੰਸੀਡਰ ਕਰ ਲੈਂਦੇ ਹਾਂ। ਇਹ ਕੀ ਹੁੰਦਾ? ਸਾਡਾ ਬਿਜ਼ਨਸ ਦੇ ਵਿੱਚ ਇੱਕ ਤਰ੍ਹਾਂ ਦਾ ਘਾਟਾ ਹੁੰਦਾ, ਲਾਸ ਆਫ ਬਿਜ਼ਨਸ ਹੁੰਦਾ ਵਾ। ਇਹਨਾਂ ਨੂੰ ਦੱਸਿਆ ਦੀ ਅਮਾਊਂਟ ਦੈਟ ਹੈਜ਼ ਬੀਨ ਟੂ ਬੀ ਬਿਕਮਸ ਇਨਰਿਕਵਰੇਬਲ ਫਰੋਮ ਟੂ ਦੀ ਡੈਬਿਟਰ ਡਿਊ ਟੂ ਦੀ ਹਿਜ਼ ਇੰਸੋਲਵੈਂਸੀ ਐਂਡ ਅਦਰ ਰੀਜ਼ਨਸ, ਇਟਸ ਕਾਲ ਟੂ ਦੀ ਬੈਡ ਡੈਬਿਟਸ ਲਾਸ ਆਫ ਟੂ ਦੀ ਬਿਜ਼ਨਸ। ਤਾਂ ਇਹ ਕੀ ਆ, ਸਾਡਾ ਇੱਕ ਤਰ੍ਹਾਂ ਦਾ ਇੰਸੋਲਵੈਂਸੀ ਹੋ ਜਾਂਦੀ ਹੈ, ਵੀ ਉਹ ਬੰਦਾ ਪੈਸੇ ਨਹੀਂ ਦੇ ਸਕਦਾ ਜਾਂ ਕੋਈ ਹੋਰ ਰੀਜ਼ਨ ਕਰਕੇ ਵੀ ਉਹ ਸਾਡੇ ਪੈਸੇ ਨਹੀਂ ਦੇ ਸਕਦਾ, ਤਾਂ ਉਹਨੂੰ ਅਸੀਂ ਬੈਡ ਡੈਬਿਟਸ ਦੇ ਵਿੱਚ ਕੰਸੀਡਰ ਕਰ ਲੈਂਦੇ ਹਾਂ। ਇਹ ਸਾਡਾ ਕੀ ਆ, ਬਿਜ਼ਨਸ ਦੇ ਵਿੱਚ ਇੱਕ ਤਰ੍ਹਾਂ ਦਾ ਲਾਸ ਹੁੰਦਾ ਵਾ। ਕੰਜ਼ਿਊਮੇਬਲ
ਸਟੋਰਸ। ਕੰਜ਼ਿਊਮੇਬਲ ਸਟੋਰਸ ਦਾ ਮਤਲਬ ਹੁੰਦਾ ਵੀ ਜਿਹੜਾ ਬਿਜ਼ਨਸ ਇੰਟਰਪ੍ਰਾਈਜ਼ਸ ਆ ਜਿਹੜੀ ਕਿ ਉਹਨਾਂ ਨੇ ਮਟੀਰੀਅਲ ਜਿਹੜਾ ਉਹ ਕੀ ਆ ਕੰਜ਼ੰਪਸ਼ਨ ਨਹੀਂ ਕਰ ਪਾਉਂਦੇ ਹੈਗੇ ਜਾਂ ਉਹਨੂੰ ਰੀਸੇਲ ਨਹੀਂ ਕਰ ਪਾਉਂਦੇ ਹੈਗੇ ਤਾਂ ਉਹਨੂੰ ਕੰਜ਼ਿਊਮੇਬਲ ਸਟੋਰ ਦੇ ਵਿੱਚ ਰੱਖ ਲੈਂਦੇ ਆ ਤਾਂ ਜੋ ਨੈਕਸਟ ਈਅਰ ਦੇ ਵਿੱਚ ਜਦੋਂ ਹੋਏਗਾ ਤਾਂ ਅਸੀਂ ਉਹਨਾਂ ਨੂੰ ਸੋਲਡ ਆਊਟ ਕਰ ਸਕੀਏ। ਪ੍ਰੋਪਰਾਈਟਰ ਦਾ ਮਤਲਬ ਹੁੰਦਾ ਓਨਰ। ਉਹ ਬੰਦਾ ਜਿਹੜਾ ਕਿ ਉਹ ਬਿਜ਼ਨਸ ਨੂੰ ਸਟਾਰਟ ਕਰਦਾ ਜਾਂ ਉਹਦੇ ਵਿੱਚ ਪੈਸਾ ਲਗਾਉਂਦਾ ਜਾਂ ਉਹ ਬਿਜ਼ਨਸ ਦੇ ਜਿਹੜੇ ਵੀ ਰਿਸਕ ਹੁੰਦੇ ਆ ਉਹ ਬੀਅਰ ਕਰਦਾ ਵਾ ਜਾਂ ਉਹਨੂੰ ਆਪਣੇ ਉੱਪਰ ਲੈ ਕੇ ਆਉਂਦਾ ਵਾ ਤਾਂ ਉਹਨੂੰ ਅਸੀਂ ਕਹਿੰਦੇ ਆ ਪ੍ਰੋਪਰਾਈਟਰ ਕਹਿ ਦਿੰਦੇ ਹਾਂ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੈ ਸਾਡੇ ਕੋਲ ਈਵੈਂਟਸ ਦਾ ਮਤਲਬ ਹੁੰਦਾ ਘਟਨਾਵਾਂ। ਇਟ ಈਜ਼ ਦੀ ਹੈਪਨਿੰਗ ਵਿਚ ਹੈਜ਼ ਟੂ ਦੀ indicates the business transaction. Only monetary events are they regarded as the transactions. These are the occasion which has been causes change into the value due to the time elements. ਇਵੈਂਟਸ ਕੀ ਹੁੰਦੇ ਆ? ਉਹ ਇਵੈਂਟਸ ਜਿਹੜੇ ਕਿ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਹੈਪਨ ਹੁੰਦੇ ਆ ਜਿਹਦੇ ਨਾਲ ਸਾਡਾ ਪੈਸਿਆਂ ਦੇ ਨਾਲ ਹੀ ਸਿਰਫ ਲੈਣਾ ਦੇਣਾ ਹੋਵੇ। ਇਹੋ ਜਿਹੇ ਇਵੈਂਟਸ ਜਿਹੜੇ ਹੁੰਦੇ ਆ ਉਹੀ ਅਸੀਂ ਬਿਜ਼ਨਸ ਦੇ ਵਿੱਚ ਇਨਕਲੂਡ ਕਰਦੇ ਹਾਂ। ਇਹਦੇ ਨਾਲ ਕੀ ਹੁੰਦਾ ਪੈਸਿਆਂ ਦੀ ਜਿਹੜੀ ਵੈਲਿਊ ਹੁੰਦੀ ਆ ਉਹ ਵੱਧਦੀ ਘਟਦੀ ਆ ਟਾਈਮ ਐਲੀਮੈਂਟਸ ਦੇ ਕਰਕੇ ਤਾਂ ਉਹਨੂੰ ਅਸੀਂ ਕਹਿੰਦੇ ਆ ਇਵੈਂਟ ਕਹਿ ਦਿੰਦੇ ਹਾਂ। ਨੈਕਸਟ ਜਿਹੜਾ ਤੁਸੀਂ ਯਾਦ ਰੱਖਣਾ ਵਾ ਕਿਉਂਕਿ ਹੁਣ ਅਸੀਂ ਨੈਕਸਟ ਜਿਹੜਾ ਪਾਰਟ ਹੋਊਗਾ ਇਹਦੇ ਪ੍ਰੈਕਟੀਕਲ ਸਟਾਰਟ ਕਰਨ ਜਾ ਰਹੇ ਹਾਂ ਤਾਂ ਇਹਦੇ ਲਈ ਆ ਜਿਹੜਾ ਫਾਰਮੂਲਾ ਵਾ ਤੁਹਾਨੂੰ ਯਾਦ ਹੋਣਾ ਚਾਹੀਦਾ ਕਾਸਟ ਆਫ ਗੁੱਡ ਸੋਲਡ। ਕਾਸਟ ਆਫ ਗੁੱਡ ਸੋਲਡ ਦਾ ਮਤਲਬ ਕੀ ਹੁੰਦਾ? ਦੀ ਡਿਕਸ਼ਨਰੀ ਮੀਨਿੰਗ ਆਫ ਟੂ ਦੀ words is a merchandise is the quantity and goods that are bought and sold into the business। ਵੀ ਇਹਦਾ ਕਾਸਟ ਆਫ ਗੁੱਡ ਸੋਲਡ ਦਾ ਮਤਲਬ ਕੀ ਹੁੰਦਾ ਵੀ ਜਿਹੜੀ ਵੀ ਚੀਜ਼ ਤੁਸੀਂ ਬਾਹਰੋਂ ਕੋਈ ਚੀਜ਼ ਖਰੀਦੀ ਤੇ ਉਹਨੂੰ ਖਰੀਦਣ ਤੋਂ ਬਾਅਦ ਤੁਸੀਂ ਉਹ ਤੋਂ ਇੱਕ ਪ੍ਰੋਡਕਟ ਬਣਾ ਕੇ ਬਾਅਦ ਵਿੱਚ ਬਿਜ਼ਨਸ ਨੇ ਕਿਸੇ ਨੂੰ ਸੇਲ ਕਰਤਾ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕਾਸਟ ਆਫ ਗੁੱਡ ਸੋਲਡ। ਤਾਂ ਇਹਦਾ ਮਤਲਬ ਕੀ ਹੁੰਦਾ? ਕਾਸਟ ਆਫ ਗੁੱਡ ਸੋਲਡ ਹੁੰਦਾ ਵੀ ਸਾਡਾ ਇੱਕ ਚੀਜ਼ ਨੂੰ ਬਣਾਉਣ ਦੇ ਉੱਤੇ ਟੋਟਲ ਖਰਚਾ ਕਿੰਨਾ ਪਿਆ ਉਹਨੂੰ ਅਸੀਂ ਕਾਸਟ ਆਫ ਗੁੱਡ ਸੋਲਡ ਕਹਿੰਦੇ ਹਾਂ। ਅਸੀਂ ਕਰਦੇ ਹਾਂ ਵੀ ਜਿੰਨੀ ਮੇਰੀ ਟੋਟਲ ਸੇਲ ਸੀ ਉਹਦੇ ਵਿੱਚ ਜੇ ਮੈਂ ਗ੍ਰੋਸ ਪ੍ਰੋਫਿਟ ਮਾਈਨਸ ਕਰਦਾ ਤਾਂ ਮੇਰਾ ਕੀ ਨਿਕਲ ਆਊਗਾ? ਕਾਸਟ ਆਫ ਗੁੱਡ ਸੋਲਡ ਨਿਕਲ ਆਉਂਦਾ ਵਾ। ਇੱਕ ਵੇ ਆ। ਸੈਕਿੰਡ ਜਿਹੜਾ ਮੈਥਡ ਆ ਜਿਹੜਾ ਕਿ ਮੋਸਟਲੀ ਪ੍ਰੈਕਟੀਕਲ ਸਮਸ ਦੇ ਵਿੱਚ ਜਿਹੜਾ ਹੁਣ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਯੂਜ਼ ਹੁੰਦੇ ਆ ਤਾਂ ਉਹਦੇ ਵਿੱਚ ਫਸਟ ਕਿਹੜਾ ਵਾ? ਓਪਨਿੰਗ ਸਟਾਕ ਪਲੱਸ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ। ਹੁਣ ਮੈਂ ਤੁਹਾਨੂੰ ਇਕੱਲੇ ਦਾ ਮੀਨਿੰਗ ਦੱਸਾਂਗਾ। ਓਪਨਿੰਗ ਸਟਾਕ ਕੀ ਹੁੰਦਾ ਵਾ? ਵੀ ਜਿਹੜਾ ਸਾਡਾ ਸਟਾਕ ਯਾਨੀ ਕਿ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਸੋਲਡ ਨਹੀਂ ਕਰ ਪਾਏ ਪਿਛਲੇ ਸਾਲ ਉਹ ਜਿਹੜਾ ਸਾਡੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਹੜੀਆਂ ਪਈਆਂ ਹੋਣਗੀਆਂ ਉਹਨੂੰ ਅਸੀਂ ਕਹਿੰਦੇ ਹਾਂ ਬਿਗਨਿੰਗ ਜਾਂ ਓਪਨਿੰਗ ਸਟਾਕ ਕਹਿੰਦੇ ਆ। ਨੈਟ ਪਰਚੇਜ਼ ਵੀ ਜਿਹੜੀਆਂ ਅਸੀਂ ਪਰਚੇਜ਼ਿਸ ਕੀਤੀਆਂ ਉਹਨਾਂ ਦੇ ਵਿੱਚੋਂ ਜਿਹੜੇ ਮੈਂ ਚੀਜ਼ਾਂ ਨਹੀਂ ਰੱਖਣੀਆਂ ਸੀ ਉਹਨੂੰ ਮਾਈਨਸ ਕਰਤੀਆਂ ਤੇ ਜਿਹੜੀਆਂ ਬਚੀਆਂ ਉਹ ਮੇਰੀਆਂ ਨੈਟ ਪਰਚੇਜ਼ਿਸ ਹੋ ਗਈਆਂ। ਉਹਨਾਂ ਵਿੱਚ ਅਸੀਂ ਓਪਨਿੰਗ ਸਟਾਕ ਪਲੱਸ ਕਰਾਂਗੇ ਡਾਇਰੈਕਟ ਐਕਸਪੈਂਸਿਸ। ਉਹ ਖਰਚੇ ਜਿਹੜੇ ਕਿ ਸਾਡਾ ਸਿੱਧੇ ਪਰਚੇਜ਼ ਜਾਂ ਪ੍ਰੋਡਕਸ਼ਨ ਦੇ ਨਾਲ ਡੀਲ ਕਰਦੇ ਆ ਉਹਨੂੰ ਅਸੀਂ ਡਾਇਰੈਕਟ ਐਕਸਪੈਂਸ ਕਹਿੰਦੇ ਆ। ਜਿਵੇਂ ਕਿ ਫਰੇਟ ਵੀ ਕਿਸੇ ਚੀਜ਼ ਨੂੰ ਲੈ ਕੇ ਆਉਣ ਦਾ ਇਹਨੂੰ ਭਾੜਾ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ। ਤਾਂ ਜੇ ਕਿਸੇ ਚੀਜ਼ ਨੂੰ ਆਪਣੇ ਇੰਡਸਟਰੀ ਦੇ ਵਿੱਚ ਲੈ ਕੇ ਆਉਣਾ ਤਾਂ ਉਹ ਖਰਚਾ ਵੀ ਸਾਡੀ ਪਰਚੇਜ਼ ਦੇ ਵਿੱਚ ਐਡ ਹੋ ਜਾਏਗਾ। ਤੁਸੀਂ ਦੇਖਿਆ ਹੀ ਹੋਣਾ ਵੀ ਜੇਕਰ ਮੈਂ ਕੋਈ ਚੀਜ਼ ਖਰੀਦ ਰਿਹਾ ਮੰਨ ਲਓ ਮੈਂ ਫਰਿੱਜ ਖਰੀਦੀ 20,000 ਦੀ ਤਾਂ ਮੈਨੂੰ ਉਹਨੂੰ ਘਰ ਤੱਕ ਲੈ ਕੇ ਆਉਣ ਦੇ ਲਈ ਜਿਹੜਾ ਸ਼ਾਪਕੀਪਰ ਆ ਉਹ ਇੱਕ ਰੇਹੜੀ ਦਾ ਇੰਤਜ਼ਾਮ ਕਰਦਾ। ਰੇਹੜੀ ਵਾਲੇ ਦੇ ਪੈਸੇ ਵੀ ਸਾਨੂੰ ਦੇਣੇ ਪੈਂਦੇ ਆ। ਜੇਕਰ ਨਹੀਂ ਦਿੰਦੇ ਹੈਗੇ ਤਾਂ ਉਹ ਬੰਦਾ ਫਰਿੱਜ ਦੇ ਵਿੱਚ ਹੀ ਐਡਜਸਟ ਕਰ ਲੈਂਦਾ ਵਾ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਡਾਇਰੈਕਟ ਐਕਸਪੈਂਸ। ਤਾਂ ਉਹ ਵੀ ਉਹਦੇ ਵਿੱਚ ਐਡ ਕਰ ਲੈਣਾ, ਮਾਈਨਸ ਕਰ ਦੇਣਾ। ਕਲੋਜ਼ਿੰਗ ਸਟਾਕ ਵੀ ਸਾਲ ਦੇ ਐਂਡ ਦੇ ਵਿੱਚ ਜਿਹੜਾ ਮੇਰੇ ਕੋਲ ਸਟਾਕ ਬਚ ਗਿਆ ਉਹਨੂੰ ਅਸੀਂ ਜੇਕਰ ਮਾਈਨਸ ਕਰ ਦਾਂਗੇ ਤਾਂ ਮੈਨੂੰ ਪਤਾ ਲੱਗ ਜੂਗਾ ਵੀ ਮੇਰਾ ਇੱਕ ਚੀਜ਼ ਬਣਾਉਣ ਦੇ ਉੱਤੇ ਟੋਟਲ ਖਰਚਾ ਕਿੰਨਾ ਪਿਆ ਜਿਹਨੂੰ ਅਸੀਂ ਕਹਿੰਦੇ ਹਾਂ ਕਾਸਟ ਆਫ ਗੁੱਡ ਸੋਲਡ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੈ ਸਾਡੇ ਕੋਲ ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ ਗ੍ਰੋਸ ਪ੍ਰੋਫਿਟ ਕੀ ਹੁੰਦਾ ਵਾ? ਦੀ ਗ੍ਰੋਸ ਪ੍ਰੋਫਿਟ ਔਰ ਅ ਗ੍ਰੋਸ ਇਨਕਮ ਮੇ ਬੀ describe assets of to the amount of the sale over to the cost of goods sold. Every business enterprises added the profit margin by the selling of the goods। ਵੀ ਗ੍ਰੋਸ ਪ੍ਰੋਫਿਟ ਕੀ ਹੁੰਦਾ? ਉਹ ਪ੍ਰੋਫਿਟ ਜਿਹੜਾ ਕਿ ਸਾਡੀ ਸੇਲ ਅਮਾਊਂਟ ਦੇ ਵਿੱਚੋਂ ਜਦੋਂ ਅਸੀਂ ਮਾਈਨਸ ਕਰ ਦਿੰਦੇ ਹਾਂ ਕਾਸਟ ਆਫ ਗੁੱਡ ਸੋਲਡ ਨੂੰ ਜਾਣੀ ਕਿ ਮੇਰਾ ਟੋਟਲ ਖਰਚਾ ਮਾਈਨਸ ਕਰ ਦਿੰਦੇ ਜਿਹੜਾ ਬਚ ਗਿਆ ਉਹ ਮੇਰਾ ਸਾਰਾ ਕੀ ਆ? ਗ੍ਰੋਸ ਪ੍ਰੋਫਿਟ ਹੁੰਦਾ ਵਾ। ਇਹ ਸਾਡਾ ਪ੍ਰੋਫਿਟ ਮਾਰਜਨ ਵੀ ਕਿਹਾ ਜਾ ਸਕਦਾ ਵੀ ਜਿੰਨੇ ਦੀ ਅਸੀਂ ਚੀਜ਼ ਨੂੰ ਸੇਲ ਕਰਾਂਗੇ ਉਹਦੇ ਵਿੱਚ ਸਾਡਾ ਪ੍ਰੋਫਿਟ ਮਾਰਜਨ ਉਹਦੇ ਵਿੱਚ ਪਹਿਲਾਂ ਹੀ ਜੁੜਿਆ ਹੋਇਆ ਹੁੰਦਾ ਵਾ। ਜਿਵੇਂ ਕਿ ਤੁਸੀਂ ਕਿਸੇ ਸ਼ਾਪਕੀਪਰ ਤੋਂ ਜਾਂਦੇ ਹੋ ਇੱਕ ਪੈਨ ਲੈਂਦੇ ਹੋ ਤਾਂ ਉਹ ਪੈਨ ਉਹਨੂੰ ਤੁਹਾਨੂੰ 20 ਰੁਪਏ ਦਾ ਦੇ ਦਿੰਦਾ ਵਾ। ਚਾਹੇ ਉਹਦੇ 'ਤੇ ਪ੍ਰਿੰਟ ਰੇਟ 20 ਰੁਪਏ ਦਾ ਲਿਖਿਆ ਹੋਵੇ ਤਾਂ ਸ਼ਾਪਕੀਪਰ ਨੇ ਉਹਨੂੰ 20 ਰੁਪਏ ਦਾ ਨਹੀਂ ਲਿਆ ਹੁੰਦਾ। ਜੇਕਰ ਉਹ 20 ਰੁਪਏ ਦਾ ਲਏਗਾ ਤਾਂ ਤੁਹਾਨੂੰ 21 ਜਾਂ 22 ਰੁਪਏ ਦਾ ਵੀ ਸੋਲਡ ਕਰੇਗਾ ਕਿਉਂਕਿ ਉਹਨੇ ਵੀ ਆਪਣਾ ਮਾਰਜਨ ਐਡ ਕਰਨਾ ਹੁੰਦਾ ਵਾ। ਨੈਕਸਟ ਹੈਗਾ ਨੈਟ ਪ੍ਰੋਫਿਟ। ਦੀ ਨੈਟ ਪ੍ਰੋਫਿਟ ਇਜ਼ ਦੀ shared at to the business by the deducting of the expenses of doing the business from to the gross profit. That profit is the surplus remaining after charging against the gross profit all indirect expenses। ਵੀ ਜਿਹੜਾ ਨੈਟ ਪ੍ਰੋਫਿਟ ਤੁਸੀਂ ਇਸ ਤਰੀਕੇ ਨਾਲ ਵੀ ਯਾਦ ਰੱਖ ਸਕਦੇ ਹੋ ਵੀ ਜਿਹੜਾ ਗ੍ਰੋਸ ਪ੍ਰੋਫਿਟ ਆ ਉਹਦੇ ਵਿੱਚ ਮਾਈਨਸ ਕਰ ਦਿਓ ਇੰਡਾਇਰੈਕਟ ਐਕਸਪੈਂਸ ਕਿਹੜੇ ਹੁੰਦੇ ਆ ਵੀ ਜਿਹੜੇ ਸਿੱਧੀ ਪ੍ਰੋਡਕਸ਼ਨ ਦੇ ਨਾਲ ਨਹੀਂ ਡੀਲ ਕਰਦੇ ਬਟ ਫਿਰ ਵੀ ਸਾਨੂੰ ਉਹਨਾਂ ਦੇ ਖਰਚੇ ਬੀਅਰ ਕਰਨੇ ਪੈਂਦੇ ਆ। ਫੋਰ ਐਗਜ਼ਾਮਪਲ ਸੈਲਰੀਜ਼ ਹੋ ਗਈਆਂ। ਜਿਵੇਂ ਮੈਨੇਜਰਸ ਹੁੰਦੇ ਆ, ਮੈਨੇਜਰ ਸਿਰਫ ਇੱਕ ਦੂਸਰੇ ਦਾ ਵਰਕ ਦੇਖਦੇ ਆ ਵੀ ਉਹ ਵਰਕ ਸਹੀ ਤਰੀਕੇ ਨਾਲ ਕਰ ਰਿਹਾ ਕਿ ਨਹੀਂ ਕਰ ਰਿਹਾ। ਉਹਨਾਂ ਪ੍ਰੋਡਕਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਉਹ ਪ੍ਰੋਡਕਸ਼ਨ ਆਪਣੇ ਹੱਥਾਂ ਨਾਲ ਨਹੀਂ ਕਰਦੇ। ਉਹ ਜਸਟ ਉਹ ਪਰਸਨ ਨੂੰ ਉੱਤੇ ਸੁਪਰਵਾਈਜ਼ ਕਰਦੇ ਆ ਤਾਂ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਵੀ ਉਹਨਾਂ ਦੀ ਪਰਫੋਰਮੈਂਸ ਨੂੰ। ਤਾਂ ਫਿਰ ਵੀ ਅਸੀਂ ਉਹਦਾ ਜਿਹੜਾ ਉਹਨੂੰ ਸੈਲਰੀ ਪੇ ਕਰਦੇ ਹਾਂ ਤਾਂ ਉਹ ਸੈਲਰੀ ਕੀ ਆ ਇਨਕਲੂਡ ਕਰ ਲੈਂਦੇ ਹਾਂ ਅਸੀਂ
ਖਰਚਿਆਂ ਦੇ ਵਿੱਚ ਵੀ ਇਹ ਵੀ ਸਾਡਾ ਇੱਕ ਪ੍ਰੋਡਕਸ਼ਨ ਬਣਾਉਣ ਦੇ ਵਿੱਚ ਖਰਚਾ ਪੈ ਗਿਆ, ਤਾਂ ਇਹ ਇੰਡਾਇਰੈਕਟ ਐਕਸਪੈਂਸ ਹੁੰਦੇ ਆ, ਤਾਂ ਇਹਨੂੰ ਇਹਦੇ ਵਿੱਚੋਂ ਮਾਈਨਸ ਕੀਤਾ ਜਾਂਦਾ। ਜਦ ਤੁਸੀਂ ਕਹਿ ਦਿਓ ਐਡਵਰਟਾਈਜ਼ਮੈਂਟ ਕਰਦੇ ਹਾਂ ਕਿਸੇ ਚੀਜ਼ ਦੀ, ਵੀ ਜੇ ਅਸੀਂ ਹੋਲਡਿੰਗ ਲਾ ਦਈਏ ਵੀ ਅਸੀਂ ਆਹ ਚੀਜ਼ ਵੇਚਣ ਲੱਗੇ, ਤਾਂ ਉਹ ਵੀ ਖਰਚਾ ਵਾ ਸਾਡਾ, ਤਾਂ ਉਹ ਵੀ ਇੱਕ ਸੇਲ ਨੂੰ ਵਧਾਉਣ ਦਾ ਇੱਕ ਚਾਂਸ ਸੀਗਾ, ਤਾਂ ਅਸੀਂ ਉਹਦੇ ਵਿੱਚੋਂ ਮਾਈਨਸ ਕਰ ਦਿੰਦੇ ਹਾਂ ਗ੍ਰੋਸ ਪ੍ਰੋਫਿਟ ਦੇ ਵਿੱਚ, ਤਾਂ ਸਾਡਾ ਅਸਲੀ ਜਿਹੜਾ ਪ੍ਰੋਫਿਟ ਆ ਉਹ ਸਾਹਮਣੇ ਆ ਜਾਂਦਾ ਵਾ। ਨੈਕਸਟ ਹੈ ਇਹਦੀਆਂ ਐਡਵਾਂਟੇਜਸ ਆਫ ਅਕਾਊਂਟੈਂਸੀ ਪੜ੍ਹਨ ਦੇ ਜਾਂ ਅਕਾਊਂਟਿੰਗ ਦੇ ਸਾਨੂੰ ਕੀ ਬੈਨੀਫਿਟ ਪੈਂਦੇ ਆ। ਪਹਿਲਾ ਹੈਗਾ ਵਾ ਮੇਨਟੇਨੈਂਸ ਆਫ ਟੂ ਦੀਆਂ ਬਿਜ਼ਨਸ ਰਿਕਾਰਡਸ, ਵੀ ਜਿਹੜੇ ਸਾਡੇ ਬਿਜ਼ਨਸ ਦੇ ਰਿਕਾਰਡ ਨੇ ਉਹ ਬਣ ਕੇ ਸਾਡੇ ਕੋਲ ਤਿਆਰ ਹੋ ਜਾਂਦੇ, ਸਾਨੂੰ ਪਤਾ ਲੱਗਦਾ ਵੀ ਅਸੀਂ ਕਿੰਨਾ ਪ੍ਰੋਫਿਟ ਤੇ ਕਿੰਨੇ ਘਾਟੇ ਵਿੱਚ ਚੱਲ ਰਹੇ ਹਾਂ। ਨੈਕਸਟ ਹੈਗਾ ਵਾ ਪ੍ਰਪੇਰੇਸ਼ਨ ਆਫ ਟੂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟ, ਅਸੀਂ ਇਹਦੇ ਨਾਲ ਆਪਣੀਆਂ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਯਾਨੀ ਕਿ ਬੈਲੈਂਸ ਸ਼ੀਟ, ਪ੍ਰੋਫਿਟ ਐਂਡ ਲਾਸ, ਟ੍ਰੇਡਿੰਗ ਅਕਾਊਂਟ, ਇਹ ਸਾਰੇ ਬਣਾ ਲੈਂਦੇ ਹਾਂ, ਤਾਂ ਸਾਨੂੰ ਜੱਜ ਹੋ ਜਾਂਦਾ ਵੀ ਸਾਨੂੰ ਕਿੰਨਾ ਪ੍ਰੋਫਿਟ ਤੇ ਕਿੰਨਾ ਲਾਸ ਹੋਇਆ। ਨੈਕਸਟ ਹੈਗਾ ਕੰਪੈਰੀਜ਼ੇਸ਼ਨ ਆਫ ਟੂ ਦੀਆਂ ਰਿਜ਼ਲਟਸ, ਵੀ ਜਿਹੜਾ ਅਸੀਂ ਰਿਜ਼ਲਟਸ ਤਿਆਰ ਕੀਤੇ ਹੁੰਦੇ ਆ ਇਸ ਸਾਲ ਦਾ ਤੇ ਪਿਛਲੇ ਸਾਲ ਦਾ, ਉਹਨਾਂ ਨੂੰ ਕੰਪੇਅਰ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਸਟੱਡੀ ਕਰਦੇ ਹੋ ਤਾਂ ਤੁਸੀਂ 9th ਤੇ 10th ਕਲਾਸ ਦੀਆਂ ਜਿਹੜੀਆਂ ਹੋਣਗੀਆਂ, ਮੰਨ ਲਓ ਵੀ ਤੁਸੀਂ 9th ਤੋਂ ਤੁਸੀਂ ਹੁਣ 10th ਦੇ ਵਿੱਚ ਹੋਏ ਅਤੇ 10th ਪਾਸ ਆਊਟ ਕੀਤੇ, ਤਾਂ ਜਦੋਂ ਤੁਸੀਂ ਉਹਨਾਂ ਦੇ ਮਾਰਕਸ ਦੇਖੋਗੇ ਤਾਂ ਤੁਸੀਂ ਕੰਪੇਅਰ ਕਰ ਸਕਦੇ ਹੋ ਵੀ ਮੇਰੇ ਪਿਛਲੇ ਸਾਲ ਮੈਂ ਕਿੰਨਾ ਪੜ੍ਹਦਾ ਸੀ ਜਾਂ ਹੁਣ ਕਿੰਨਾ ਪੜ੍ਹਦਾ ਸੀ, ਤਾਂ ਮੇਰੀ ਕਿੰਨੀ ਪਰਸੈਂਟ ਇਨਕਰੀਜ਼ ਹੋਈ, ਕਿੰਨੀ ਡਿਕਰੀਜ਼ ਹੋਈ, ਉਹਨਾਂ ਨੂੰ ਚੈੱਕ ਕਰਨ ਦੇ ਵਿੱਚ ਹੈਲਪ ਕਰਦਾ। ਇਸੇ ਤਰੀਕੇ ਨਾਲ ਸਾਡੇ ਜਿਹੜੇ ਅਕਾਊਂਟੈਂਸੀ ਦੇ ਵਿੱਚ ਜਿਹੜੇ ਅਸੀਂ ਰਿਕਾਰਡ ਬਣਾਉਂਦੇ ਹਾਂ ਤਾਂ ਉਹ ਸਾਨੂੰ ਹੈਲਪ ਕਰਦੇ ਆ ਇੱਕ ਦੂਸਰੇ ਨੂੰ ਕੰਪੇਅਰ ਕਰਨ ਦੇ ਲਈ। ਨੈਕਸਟ ਹੈਗਾ ਵਾ ਡਿਸੀਜਨ ਮੇਕਿੰਗ, ਕੋਈ ਵੀ ਡਿਸੀਜਨ ਲੈਣਾ ਹੁੰਦਾ ਵਾ ਤਾਂ ਅਸੀਂ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਜਾਂ ਅਸੀਂ ਅਕਾਊਂਟਿੰਗ ਸਟੇਟਮੈਂਟ ਨੂੰ ਦੇਖ ਕੇ ਦੇਖ ਲੈਂਦੇ ਹਾਂ ਵੀ ਸਾਡੇ ਕੋਲ ਇੰਨਾ ਪੈਸਾ ਵਾ ਤਾਂ ਅਸੀਂ ਹੋਰ ਆਪਣੇ ਬਿਜ਼ਨਸ ਨੂੰ ਵਧਾ ਸਕਦੇ ਹਾਂ, ਜਾਂ ਸਾਨੂੰ ਇੰਨੇ ਕੇ ਬਿਜ਼ਨਸ ਦੇ ਵਿੱਚ ਹੀ ਸਾਰਾ ਕੰਮ ਚੱਲਦਾ ਰਹਿਣਾ ਚਾਹੀਦਾ ਵਾ। ਨੈਕਸਟ ਹੈਗਾ ਵਾ ਐਵੀਡੈਂਸ ਆਫ ਟੂ ਦੀਆਂ ਲੀਗਲ ਮੈਟਰਸ, ਵੀ ਜਿਹੜੇ ਸਾਡੇ ਲੀਗਲ ਮੈਟਰਸ ਨੇ ਜਿਵੇਂ ਟੈਕਸ ਪੇ ਕਰਨੇ ਆ ਜਾਂ ਗਵਰਨਮੈਂਟ ਅਥਾਰਟੀ ਸਾਡੇ ਕੋਲ ਆਉਂਦੀਆਂ ਨੇ, ਤਾਂ ਉਹਨਾਂ ਲਈ ਇੱਕ ਰਿਕਾਰਡ ਹੁੰਦਾ ਵਾ ਤੇ ਉਹ ਇਹਦੇ ਉੱਤੇ ਹੀ ਜੱਜ ਕਰਕੇ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਜੱਜ ਕਰਦੇ ਨੇ। ਨੈਕਸਟ ਹੈਗਾ ਪ੍ਰੋਵਾਈਡ ਟੂ ਦੀਆਂ ਇਨਫੋਰਮੇਸ਼ਨ ਰਿਲੇਟਡ ਟੂ ਦੀਆਂ ਪਾਰਟੀਜ਼, ਹੁਣ ਜਿਹੜੀਆਂ ਵੀ ਪਾਰਟੀਜ਼ ਤੋਂ ਜਾਂ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਆ ਜਾਂ ਪੈਸੇ ਲੈਣੇ ਆ, ਉਹਨਾਂ ਦੀ ਪੂਰੀ ਇਨਫੋਰਮੇਸ਼ਨ ਸਾਨੂੰ ਇਸ ਅਕਾਊਂਟਿੰਗ ਸਿਸਟਮ ਦੇ ਦੁਆਰਾ ਪਤਾ ਲੱਗ ਸਕਦਾ ਵਾ। ਲਾਸਟ ਵਨ ਹੈਗਾ ਹੈਲਪ ਇਨ ਟੂ ਦੀਆਂ ਟੈਕਸੀਨੇਸ਼ਨ ਮੈਟਰ, ਵੀ ਹੁਣ ਜੇ ਅਸੀਂ ਟੈਕਸ ਕੈਲਕੂਲੇਟ ਕਰਨਾ ਵਾ ਜਾਂ ਟੈਕਸ ਪੇ ਕਰਨ ਦੀ ਅਮਾਊਂਟ ਜੱਜ ਕਰਨੀ ਆ, ਤਾਂ ਅਸੀਂ ਅਕਾਊਂਟਿੰਗ ਸਟੇਟਮੈਂਟ ਦੇ ਨਾਲ ਉਹਨਾਂ ਦੀ ਟੈਕਸ ਵੈਲਿਊ ਵੀ ਜੱਜ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋਇਆ ਹੋਵੇਗਾ। ਲਾਸਟ ਪਾਰਟ ਆਫ ਦਿਸ ਸੈਸ਼ਨ ਦਾ ਹੈਗਾ ਡਿਸਐਡਵਾਂਟੇਜ ਆਫ ਅਕਾਊਂਟਿੰਗ ਕਰਨ ਦੇ ਵੀ ਸਾਨੂੰ ਕੀ ਕੀ ਨੁਕਸਾਨ ਹੋ ਸਕਦੇ ਆ। ਐਕਸਪ੍ਰੈਸ ਟੂ ਦੀ ਅਕਾਊਂਟਿੰਗ ਇਨਫੋਰਮੇਸ਼ਨ ਇਨ ਟੂ ਦੀਆਂ ਟਰਮਸ ਆਫ ਮਨੀ, ਵੀ ਜਿਹੜਾ ਅਕਾਊਂਟਿੰਗ ਇਨਫੋਰਮੇਸ਼ਨ ਆ ਉਹ ਸਿਰਫ ਪੈਸੇ ਦੇ ਨਾਲ ਹੀ ਮੇਜਰ ਕੀਤੀ ਜਾ ਸਕਦੀ ਹੈ। ਜਿਹੜੀਆਂ ਨਾਨ ਕੈਸ਼ ਆਈਟਮਸ ਹੋਣਗੀਆਂ ਉਹਨਾਂ ਨੂੰ ਅਸੀਂ ਸ਼ੋ ਹੀ ਨਹੀਂ ਕਰਦੇ ਹੈਗੇ, ਜਿਵੇਂ ਕਿਸੇ ਪਰਸਨ ਦੀ ਲੋਇਲਟੀ ਹੋ ਗਈ ਜਾਂ ਉਹਦੀ ਓਨੈਸਟੀ ਹੋ ਗਈ, ਇਹ ਮੇਜਰ ਹੀ ਨਹੀਂ ਕੀਤੀਆਂ ਜਾ ਸਕਦੀਆਂ ਅਕਾਊਂਟਿੰਗ ਦੇ ਟਰਮ ਦੇ ਵਿੱਚ, ਤਾਂ ਇਹ ਇਹਦੇ ਲਈ ਯੂਜ਼ਲੈਸ ਮੰਨੀਆਂ ਜਾ ਸਕਦੀਆਂ ਨੇ। ਅਕਾਊਂਟਿੰਗ ਇਨਫੋਰਮੇਸ਼ਨ ਇਜ਼ ਬੇਸਡ ਔਨ ਟੂ ਦੀ ਐਸਟੀਮੇਸ਼ਨ, ਹੁਣ ਜਿਹੜੀ ਵੀ ਸਾਡੀ ਅਕਾਊਂਟਿੰਗ ਇਨਫੋਰਮੇਸ਼ਨ ਹੁੰਦੀ ਆ ਉਹ ਸਾਡੀ ਐਸਟੀਮੇਟ ਦੇ ਉੱਤੇ ਚੱਲਦੀ ਹੁੰਦੀ ਆ। ਅਸੀਂ ਕੀ ਆ ਪਿਛਲੀ ਚੀਜ਼ਾਂ ਨੂੰ ਦੇਖ ਕੇ ਹੁਣ ਵਾਲੇ ਡਿਸੀਜਨ ਲੈਂਦੇ ਹਾਂ, ਤਾਂ ਇਹ ਸਾਡੇ ਕੀ ਹੁੰਦੇ ਇੱਕ ਤਰ੍ਹਾਂ ਦੇ ਅਸੀਂ ਫੈਕਟ ਦੇ ਉੱਤੇ ਬੇਸਡ ਹੁੰਦੇ ਆ, ਤਾਂ ਕਰਕੇ ਇੱਥੇ ਸਿਰਫ ਅਸੀਂ ਐਸਟੀਮੇਟ ਲਾਉਣੇ ਨੇ ਵੀ ਇੰਨਾ ਵਾ। ਜਿਵੇਂ ਹੁਣ ਤੁਸੀਂ +1 ਜਾਂ +2 ਸਟਾਰਟ ਕਰੋਗੇ ਤਾਂ ਤੁਸੀਂ ਇਹ ਸੋਚ ਕੇ ਚੱਲਦੇ ਹੋ ਵੀ ਮੈਂ ਐਂਡ ਤੱਕ ਕੀ ਆ 90 ਜਾਂ 95% ਲੈਣੇ ਆ, ਪਰ ਜਿਵੇਂ ਜਿਵੇਂ ਤੁਸੀਂ ਉਸ ਚੀਜ਼ ਦੇ ਵਿੱਚ ਗੁਜ਼ਰਦੇ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਦਾ ਲੈਵਲ ਕਿੰਨਾ ਟਫ ਆ ਜਾਂ ਈਜ਼ੀ ਆ, ਅਤੇ ਮੈਂ ਇਹਨੂੰ ਕਰੈਕ ਕਰ ਸਕਦਾ ਕਿ ਨਹੀਂ ਕਰ ਸਕਦਾ। ਇਸ ਤਰੀਕੇ ਨਾਲ ਤੁਸੀਂ ਉਹਦਾ ਐਸਟੀਮੇਸ਼ਨ ਲਗਾਉਂਦੇ ਹੋ। ਨੈਕਸਟ ਹੈਗਾ ਵਾ ਅਕਾਊਂਟਿੰਗ ਇਨਫੋਰਮੇਸ਼ਨ ਮੇ ਬੀ ਆ ਬਾਈਸਡ, ਵੀ ਹੁਣ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਉਹ ਬਾਈਸਡ ਵੀ ਹੋ ਸਕਦੀ ਆ, ਵੀ ਕੀ ਆ ਇਹ ਪੱਖਪਾਤ ਕਰ ਸਕਦੀ ਆ, ਵੀ ਜਿਵੇਂ ਇੱਕ ਦੀ ਸੈਲਰੀ ਵੱਧ ਸ਼ੋ ਕਰ ਦੇਵੇ, ਇੱਕ ਦੀ ਘੱਟ ਸੈਲਰੀ ਸ਼ੋ ਕਰ ਦੇਵੇ, ਜਾਂ ਇੱਕ ਵਾਰ ਪ੍ਰੋਫਿਟ ਵੱਧ ਸ਼ੋ ਕਰ ਦੇਵੇ, ਇੱਕ ਵਾਰ ਘੱਟ ਸ਼ੋ ਕਰ ਦੇਵੇ। ਤਾਂ ਇਸ ਤਰੀਕੇ ਨਾਲ ਇਹ ਡਿਪੈਂਡ ਕਰਦਾ ਅਕਾਊਂਟੈਂਟ ਦੇ ਉੱਤੇ ਵੀ ਉਹ ਕਿਸ ਤਰੀਕੇ ਨਾਲ ਉਹਨੂੰ ਸ਼ੋ ਕਰਨਾ ਚਾਹੁੰਦਾ ਵਾ। ਨੈਕਸਟ ਹੈਗਾ ਵਾ ਰਿਕਾਰਡਿੰਗ ਆਫ ਟੂ ਦੀਆਂ ਫਿਕਸ ਐਸਟ ਐਟ ਟੂ ਦੀਆਂ ਓਰੀਜਨਲ ਕਾਸਟ, ਵੀ ਇੱਥੇ ਜਿਹੜਾ ਅਸੀਂ ਜਿਹੜੀ ਫਿਕਸ ਐਸਟ ਆ ਉਹਨੂੰ ਜਿਹੜੀਆਂ ਰਿਕਾਰਡ ਕਰਦੇ ਹਾਂ ਉਹਦੀ ਓਰੀਜਨਲ ਕਾਸਟ ਦੇ ਉੱਤੇ ਕਰਦੇ ਹਾਂ, ਵੀ ਜੇਕਰ ਇਹਦੇ ਵਿੱਚ ਸਾਲ ਦੇ ਐਂਡ ਦੇ ਵਿੱਚ ਇਹਦੇ ਕਾਸਟ ਵਧੀ ਘਟੀ ਉਹ ਚੀਜ਼ਾਂ ਨੂੰ ਅਸੀਂ ਡਿਟਰਮਿਨ ਹੀ ਨਹੀਂ ਕਰਦੇ, ਅਸੀਂ ਜਿਹੜਾ ਸ਼ੁਰੂ ਦੇ ਵਿੱਚ ਉਹਦਾ ਪ੍ਰਾਈਸ ਸੀ ਉਹਦੇ ਨਾਲ ਹੀ ਉਹਦੀ ਕੈਲਕੂਲੇਸ਼ਨ ਕਰਦੇ ਹਾਂ। ਜੋ ਤੁਸੀਂ ਇਹਦੀ ਐਗਜ਼ਾਮਪਲ ਦੇਖਣਾ ਚਾਹੁੰਦੇ ਹੋ ਵੀ ਜਿਵੇਂ ਤੁਸੀਂ ਕਾਰ ਇੰਸ਼ੋਰੈਂਸ ਕਰਾਉਂਦੇ ਹੋ, ਜੋ ਤੁਸੀਂ ਉਹਨੂੰ ਚੈੱਕ ਕਰੋ ਤਾਂ ਉਹ ਸਟਾਰਟਿੰਗ ਦੇ ਵਿੱਚ ਦੇਖੀ ਜਾਂਦੀ ਆ ਵੀ ਸਾਡੇ ਸਾਲ ਦੇ ਸ਼ੁਰੂ ਦੇ ਵਿੱਚ ਉਹਦੀ ਵੈਲਿਊ ਕਿੰਨੀ ਆ, ਤਾਂ ਉਹਦੇ ਉੱਤੇ ਜਿਹੜਾ ਇੰਸ਼ੋਰੈਂਸ ਆ ਉਹ ਕਲੇਮ ਕਰਕੇ ਉਹਦੇ ਉੱਤੇ ਇੰਸ਼ੋਰੈਂਸ ਸਾਨੂੰ ਪੇ ਕਰਨਾ ਪੈਂਦਾ। ਇਹ ਨਹੀਂ ਦੇਖਿਆ ਜਾਂਦਾ ਵੀ ਲਾਸਟ ਦੇ ਵਿੱਚ ਉਹਦੀ ਵੈਲਿਊ ਕਿੰਨੀ ਬਣੇਗੀ। ਅਸੀਂ ਓਪਨਿੰਗ ਤੋਂ ਦੇਖ ਕੇ ਅਖੀਰ ਤੱਕ ਦੀ ਜਿਹੜੀ ਵੈਲਿਊ ਜੱਜ ਕਰਕੇ ਉਹਦੇ ਉੱਤੇ ਜਿਹੜਾ ਵਾ ਬਣਦਾ ਇੰਸ਼ੋਰੈਂਸ ਬਣਾ ਦਿੰਦੇ ਹਾਂ। ਨੈਕਸਟ ਹੈਗਾ ਵਾ ਮੈਨੂਪੂਲੇਸ਼ਨ ਆਫ ਟੂ ਦੀ ਅਕਾਊਂਟਸ, ਵੀ ਅਕਾਊਂਟਸ ਨੂੰ ਕੀ ਆ ਚੇਂਜ ਵੀ ਕੀਤਾ ਜਾ ਸਕਦਾ, ਆਪਣੇ ਅਕੋਰਡਿੰਗ ਬਣਾਇਆ ਜਾ ਸਕਦਾ, ਇਹਨੂੰ ਕੋਈ ਵੀ ਰੋਕਿਆ ਟੋਕਿਆ ਨਹੀਂ ਜਾ ਸਕਦਾ ਜਾਂ ਕੋਈ ਵੀ ਬੰਦਾ ਇਹਨਾਂ ਨੂੰ ਰੋਕ ਟੋਕ ਨਹੀਂ ਸਕਦਾ ਹੈਗਾ। ਤਾਂ ਇਸ ਤਰੀਕੇ ਨਾਲ ਜਿਹੜਾ ਵਾ ਵੀ ਸਾਡੇ ਜੇਕਰ ਅਸੀਂ ਅਕਾਊਂਟਸ ਦੇ ਵਿੱਚ ਹੇਰਾਫੇਰੀ ਕਰਦੇ ਹਾਂ ਤਾਂ ਇਹਦੇ ਨਾਲ ਕੀ ਆ ਅਸੀਂ ਫਰਾਡ ਵੀ ਕਰ ਸਕਦੇ ਆ, ਕੋਈ ਵੀ ਅਕਾਊਂਟੈਂਟ ਜਾਂ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੂੰ ਘਾਟਾ ਵੀ ਸ਼ੋ ਕੀਤਾ ਜਾ ਸਕਦਾ ਵਾ। ਲਾਸਟ ਵਨ ਹੈਗਾ ਵਾ ਮਨੀ ਐਜ਼ ਟੂ ਦੀਆਂ ਮੇਜਰਮੈਂਟ ਆਫ ਦੀ ਯੂਨਿਟ ਚੇਂਜ ਆਫ ਟੂ ਦੀਆਂ ਵੈਲਿਊ, ਵੀ ਹੁਣ ਜਿਹੜੀ ਵੈਲਿਊ ਚੇਂਜ ਹੁੰਦੀਆਂ ਨੇ ਜਿਵੇਂ ਸਾਡੀ ਮਨੀ ਦੀਆਂ, ਤਾਂ ਉਹ ਜਿਹੜਾ ਚੇਂਜ ਦੀ ਵੈਲਿਊ ਆ ਉਹ ਵੀ ਇਸ ਤਰੀਕੇ ਨਾਲ ਮੇਜਰ ਕੀਤੀ ਜਾਂਦੀ ਹੈ ਅਤੇ ਜੱਜ ਕੀਤਾ ਜਾਂਦਾ ਵੀ ਸਾਡੇ ਜਿਹੜੀ ਮਨੀ ਵੈਲਿਊ ਆ ਉਹ ਕਿਸ ਤਰੀਕੇ ਨਾਲ ਚੇਂਜ ਹੋਈ ਆ। ਬਟ ਅਕਾਊਂਟੈਂਸੀ ਦੇ ਵਿੱਚ ਜਿਹੜੀ ਮਨੀ ਵੈਲਿਊ ਆ ਉਹ ਅਸੀਂ ਸੇਮ ਲੈ ਕੇ ਚੱਲਦੇ ਹਾਂ, ਸ਼ੁਰੂ ਦੇ ਵਿੱਚ ਜਿੰਨੀ ਸੀਗੀ ਐਂਡ ਤੱਕ ਅਸੀਂ ਉਹੀ ਲੈ ਕੇ ਚੱਲਦੇ ਹਾਂ, ਵਿੱਚ ਵਿਚਾਲੇ ਚਾਹੇ ਇਹਦੇ ਵਿੱਚ ਇਨਕਰੀਜ਼ ਹੋਵੇ ਡਿਕਰੀਜ਼ ਹੋਵੇ ਉਹਨੂੰ ਅਸੀਂ ਕੰਸੀਡਰ ਨਹੀਂ ਕਰਦੇ। ਆਈ ਹੋਪ ਤੁਹਾਨੂੰ ਇਹਦੇ ਡਿਸਐਡਵਾਂਟੇਜ ਕਲੀਅਰ ਹੋ ਗਈਆਂ ਹੋਣਗੀਆਂ। ਤਾਂ ਲਾਸਟ ਦੇ ਵਿੱਚ ਮੈਂ ਇਹੀ ਗੱਲ ਕਹਾਂਗਾ, ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਜਸਟ ਡੂ ਇਟ ਫॉर ਆਰ ਬ੍ਰਾਈਟ ਫਿਊਚਰ। ਅਤੇ ਇਹ ਵੀ ਤੁਹਾਡੇ ਬ੍ਰਾਈਟ ਫਿਊਚਰ ਦੇ ਲਈ ਹੀ ਮੈਂ ਆਪਣੀਆਂ ਵੀਡੀਓਜ਼ ਬਣਾ ਰਿਹਾ ਵਾਂ, ਤਾਂ ਜੋ ਤੁਹਾਡੇ ਕੀ ਆ ਤੁਹਾਨੂੰ ਇਸ ਕਨਸੈਪਟ ਨੂੰ ਕਲੀਅਰ ਕੀਤਾ ਜਾ ਸਕੇ ਅਤੇ ਤੁਹਾਨੂੰ ਈਜ਼ੀ ਹੋ ਸਕੇ ਇਸ ਚੀਜ਼ਾਂ ਨੂੰ ਸਮਝਣਾ
ਤੇ ਤੁਸੀਂ ਈਜ਼ੀਲੀ ਹੀ ਅਕਾਊਂਟੈਂਸੀ ਨੂੰ ਵਧੀਆ ਲੱਗੇ ਤੇ ਤੁਸੀਂ ਮੈਂ ਜਿੰਨਾ ਹੋ ਸਕੇ ਇਹਨੂੰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਜੋ ਤੁਹਾਡਾ ਬੇਸ ਜਿਹੜਾ ਵਾ ਪੂਰਾ ਕਲੀਅਰ ਹੋ ਸਕੇ। ਤੇ ਫਿਰ ਵੀ ਜੇਕਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਅਰਾਈਜ਼ ਹੋ ਰਹੀ ਆ ਤੁਹਾਨੂੰ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।